गुड मॉर्निंग स्टूडेंट्स। ਅਸੀਂ ਕੁਝ ਦਿਨ ਪਹਿਲਾਂ ਆਪਣੀ ਪਹਿਲੀ ਪੋਇਮ ਪ੍ਰੇਅਰ ਆਫ ਦਾ ਵੁੱਡਸ ਪੜ੍ਹੀ ਸੀ। ਤੁਹਾਨੂੰ ਪਤਾ ਹੈ ਇਸ ਦੇ ਰਾਈਟਰ ਅਨੋਨੀਮਸ ਨੇ, ਸਾਨੂੰ ਨਹੀਂ ਪਤਾ ਕਿ ਕਿਸ ਨੇ ਲਿਖਿਆ ਹੈ ਇਹ ਪੋਇਮ ਨੂੰ। ਉਹ ਸਾਰੀ ਪੋਇਮ ਦੀ ਅਸੀਂ ਪੈਰਾਫਰੇਜ਼ ਬਹੁਤ ਹੀ ਵਧੀਆ ਤਰੀਕੇ ਨਾਲ ਕਰੀ ਸੀ। ਅੱਜ ਆਪਾਂ ਇਸ ਦੀਆਂ ਐਕਸਰਸਾਈਜ਼ ਕਰਾਂਗੇ। ਐਕਸਰਸਾਈਜ਼ ਕਰਨ ਤੋਂ ਪਹਿਲਾਂ ਕੁਝ ਇਸ ਦੀਆਂ ਕੁਝ ਗੱਲਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਜਿਵੇਂ ਸਭ ਤੋਂ ਪਹਿਲਾਂ ਫਿਗਰ ਆਫ ਸਪੀਚ, ਕਿ ਫਿਗਰ ਆਫ ਸਪੀਚ ਕੀ ਚੀਜ਼ ਹੈ। ਤਾਂ ਬੇਟਾ 4 ਤਰ੍ਹਾਂ ਦੀ ਫਿਗਰ ਆਫ ਸਪੀਚ ਹੁੰਦੀ ਹੈ। ਪਹਿਲੀ ਹੁੰਦੀ ਹੈ ਐਲੀਟ੍ਰੇਸ਼ਨ, ਤੇ ਉਸ ਤੋਂ ਬਾਅਦ ਹੁੰਦੀ ਹੈ ਜੀ, ਇਸ ਤੋਂ ਅੱਗੇ ਆਉਂਦੀ ਹੈ ਸਿਮਿਲੀ, ਫਿਰ ਆਉਂਦੀ ਹੈ ਮੈਟਾਫੋਰ, ਤੇ ਲਾਸਟ ਹੁੰਦੀ ਹੈ ਪਰਸੋਨੀਫਿਕੇਸ਼ਨ। ਹੁਣ ਇਹ ਹੁੰਦੀਆਂ ਕੀ ਨੇ ਚਾਰੇ ਚੀਜ਼ਾਂ? ਫਿਗਰ ਆਫ ਸਪੀਚ 4 ਨੇ, ਇਹ ਕੀ ਹੁੰਦੀਆਂ ਨੇ? ਦੇਖੋ, ਕਵੀ ਜਦੋਂ ਵੀ ਕੋਈ ਕਵਿਤਾ ਲਿਖਦਾ ਹੈ ਤਾਂ ਉਸ ਕਵਿਤਾ ਨੂੰ ਲਿਖਣ ਦੇ ਲਈ ਉਹ ਤਰ੍ਹਾਂ ਤਰ੍ਹਾਂ ਦੀਆਂ ਮਤਲਬ ਗੱਲਾਂ ਉਸ 'ਚ ਸ਼ਾਮਿਲ ਕਰਦਾ ਹੈ। ਜਿਵੇਂ ਸਪੋਜ਼ ਕਰੋ ਕਵੀ ਨੇ ਉਸ ਨੂੰ ਉਸ ਕਵਿਤਾ ਦੇ ਵਿੱਚ ਕੋਈ ਦੋ ਚੀਜ਼ਾਂ ਦੀ ਤੁਲਨਾ ਕਰਨੀ ਹੋਵੇ ਤਾਂ ਉਸ ਟਾਈਮ ਉਹ ਸਿਮਿਲੀ, ਮੈਟਾਫੋਰ ਜਾਂ ਪਰਸੋਨੀਫਿਕੇਸ਼ਨ ਯੂਜ਼ ਕਰਦਾ ਹੈ। ਤੇ ਆਪਣੀ ਕਵਿਤਾ ਨੂੰ ਥੋੜ੍ਹੀ ਜਿਹੀ ਇੰਪ੍ਰੈਸਿਵ ਬਣਾਉਣ ਦੇ ਲਈ ਉਹ ਐਲੀਟ੍ਰੇਸ਼ਨ ਯੂਜ਼ ਕਰਦਾ ਹੈ। ਤਾਂ ਸਾਨੂੰ ਥੋੜ੍ਹਾ ਸਮਝਣਾ ਪਏਗਾ ਕਿ ਹੈ ਕੀ ਨੇ। ਤਾਂ ਐਲੀਟ੍ਰੇਸ਼ਨ ਦੇ ਵਿੱਚ ਕੀ ਹੁੰਦਾ ਹੈ, ਜਦੋਂ ਕਿਸੇ ਕਵਿਤਾ ਦੀ ਲਾਈਨ ਦੇ ਵਿੱਚ ਇੱਕੋ ਤਰ੍ਹਾਂ ਦੀ ਸਾਊਂਡ, ਸੇਮ ਸਾਊਂਡ, ਆਮ ਤੌਰ ਤੇ ਇਹ ਕੌਨਸੋਨੈਂਟ ਦੀ ਸਾਊਂਡ ਹੁੰਦੀ ਹੈ, ਵਿਅੰਜਨ ਜਿਹਨੂੰ ਕਹਿੰਦੇ ਆ ਆਪਾਂ, ਉਸ ਦੀ ਸਾਊਂਡ ਹੁੰਦੀ ਹੈ, ਉਹ ਬਾਰ-ਬਾਰ ਇੱਕੋ ਲਾਈਨ 'ਚ ਆਵੇ ਤਾਂ ਅਸੀਂ ਉਹ ਕਹਿੰਦੇ ਹਾਂ ਕਿ ਉਸ ਕਵੀ ਨੇ ਉਸ ਕਵਿਤਾ ਵਿੱਚ ਐਲੀਟ੍ਰੇਸ਼ਨ ਯੂਜ਼ ਕੀਤੀ ਹੈ। ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਕੇ ਸਮਝਦੇ ਹਾਂ। ਇਹਨਾਂ ਨੇ ਪਹਿਲੀ ਐਗਜ਼ਾਮਪਲ ਐਲਫਰੈਡ ਟੈਨੀਸਨ ਦੀ ਇੱਕ ਪੋਇਮ 'ਚੋਂ ਲਈ ਗਈ ਹੈ, ਔਰ ਜਿਸ ਦਾ ਜੋ ਲਾਈਨ ਹੈ ਲੈਂਡਸਕੇਪ ਲਵਰ ਲੋਡ ਆਫ ਲੈਂਗੁਏਜ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋ, ਇਹ ਪੂਰੀ ਲਾਈਨ ਦੇ ਵਿੱਚ ਐਲ ਦੀ ਜਿਹੜੀ ਸਾਊਂਡ ਹੈ, ਲ ਦੀ ਸਾਊਂਡ ਬਾਰ-ਬਾਰ ਆ ਰਹੀ ਹੈ। ਲੈਂਡਸਕੇਪ ਲਵਰ ਲੋਡ ਲੈਂਗੁਏਜ, ਤਾਂ ਲ ਦੀ ਆਵਾਜ਼ ਬਾਰ-ਬਾਰ ਆ ਰਹੀ ਹੈ। ਤਾਂ ਇੱਕੋ ਤਰ੍ਹਾਂ, ਹੁਣ ਤੁਹਾਨੂੰ ਪਤਾ ਹੈ ਲ ਦੀ ਆਵਾਜ਼ ਕੌਨਸੋਨੈਂਟ ਦੀ ਆਵਾਜ਼ ਹੈ, ਵਿਅੰਜਨ ਹੈ ਇਹ, ਠੀਕ ਹੈ। ਤਾਂ ਇਹ ਬਾਰ-ਬਾਰ ਜਿਹੜੀ ਆਵਾਜ਼ ਆ ਰਹੀ ਹੈ, ਇਸ ਨੂੰ ਅਸੀਂ ਐਲੀਟ੍ਰੇਸ਼ਨ ਕਹਿੰਦੇ ਹਾਂ। ਇੱਕ ਹੋਰ ਐਗਜ਼ਾਮਪਲ ਦਿੱਤੀ ਹੋਈ ਹੈ, ਪਾਇਸ ਦਾ ਪਲੋਮਨ, ਇੱਕ ਪੋਇਮ ਹੈ, ਵਿਲੀਅਮ ਲੈਂਗਲੈਂਡ ਦੀ ਲਿਖੀ ਹੋਈ ਪੋਇਮ ਹੈ। ਉਸ ਦੇ ਵਿੱਚ ਵੀ ਇੱਕ ਲਾਈਨ ਹੈ, ਉਸ ਲਾਈਨ ਨੂੰ ਦੇਖੋ ਜਰਾ, ਇਨ ਅ ਸਮਰ ਸੀਜ਼ਨ ਵੈਨ ਸੌਫਟ ਵਾਜ਼ ਦਾ ਸਨ। ਫਿਰ ਦੇਖੋ, ਹੁਣ ਇਸ ਲਾਈਨ ਦੇ ਵਿੱਚ ਸ ਦੀ ਆਵਾਜ਼, ਸਮਰ ਸੀਜ਼ਨ ਸੌਫਟ ਸਨ, ਇਹ ਬਾਰ-ਬਾਰ ਆ ਰਹੀ ਹੈ। ਪਹਿਲੀ ਲਾਈਨ ਦੇ ਵਿੱਚ ਲ ਦੀ ਆਵਾਜ਼ ਬਾਰ-ਬਾਰ ਆ ਰਹੀ ਸੀ, ਦੂਸਰੀ ਲਾਈਨ ਦੇ ਵਿੱਚ ਸ ਦੀ ਆਵਾਜ਼ ਬਾਰ-ਬਾਰ ਆ ਰਹੀ ਹੈ। ਤਾਂ ਸ ਵੀ ਇੱਕ ਕੌਨਸੋਨੈਂਟ ਹੈ, ਇੱਕ ਵਿਅੰਜਨ ਹੈ। ਤਾਂ ਇਸ ਚੀਜ਼ ਨੂੰ ਅਸੀਂ ਐਲੀਟ੍ਰੇਸ਼ਨ ਕਹਿੰਦੇ ਹਾਂ। ਤਾਂ ਇਹ ਐਲੀਟ੍ਰੇਸ਼ਨ ਜਿਹੜੀ ਹੈ ਸਾਡੀ ਪ੍ਰੇਅਰ ਆਫ ਦਾ ਵੁੱਡਸ ਦੇ ਵਿੱਚ ਵੀ ਯੂਜ਼ ਹੋਈ ਹੈ। ਆਪਾਂ ਜਦੋਂ ਐਕਸਰਸਾਈਜ਼ ਕਰਾਂਗੇ ਤੁਹਾਨੂੰ ਦੱਸਾਂਗੇ। ਇਸ ਤੋਂ ਬਾਅਦ ਜਿਹੜੀ ਸੈਕਿੰਡ ਫਿਗਰ ਆਫ ਸਪੀਚ ਹੈ ਉਹ ਹੈ ਸਿਮਿਲੀ। ਇਹਦੇ ਬਾਰੇ ਮੈਂ ਤੁਹਾਨੂੰ ਬੇਟਾ +1 'ਚ ਵੀ ਸਮਝਾਇਆ ਸੀ, ਥੋੜਾ ਜਿਹਾ ਦੁਬਾਰਾ ਤੋਂ ਫਿਰ ਸਮਝਾ ਦਿੰਦਾ ਕਿ ਸਿਮਿਲੀ ਕੀ ਹੁੰਦੀ ਹੈ, ਕਿ ਜਦੋਂ ਦੋ ਡਿਫਰੈਂਟ ਚੀਜ਼ਾਂ, ਥਿੰਗਸ ਜਾਂ ਐਕਸ਼ਨ ਹੋਣ ਜਾਂ ਫੀਲਿੰਗਸ ਹੋਣ, ਉਹਨਾਂ ਨੂੰ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ, ਪਰ ਡਾਇਰੈਕਟ ਕੰਪੈਰੀਜ਼ਨ ਹੁੰਦਾ ਹੈ। ਡਾਇਰੈਕਟ ਦੇ ਵਿੱਚ ਕੰਪੈਰੀਜ਼ਨ ਕਰਨ ਦੇ ਲਈ ਅਸੀਂ ਐਜ਼ ਸ਼ਬਦ ਯੂਜ਼ ਕਰਦੇ ਹਾਂ ਜਾਂ ਲਾਈਕ ਸ਼ਬਦ ਯੂਜ਼ ਕਰਦੇ ਹਾਂ। ਦੋਨਾਂ 'ਚ ਤੁਲਨਾ ਕੀਤੀ ਜਾਂਦੀ ਹੈ, ਪਰ ਐਜ਼ ਜਾਂ ਲਾਈਕ ਲਾ ਕੇ ਯੂਜ਼ ਕੀਤੀ ਜਾਂਦੀ ਹੈ। ਜਿਵੇਂ ਵਿਲੀਅਮ ਵਰਡਸਵਰਥ ਦੀ ਇੱਕ ਪੋਇਮ ਹੈ ਡੈਫੋਡੀਲਸ, ਤਾਂ ਉਹਦੀ ਇੱਕ ਲਾਈਨ ਲਈ ਗਈ ਹੈ, ਕਹਿੰਦੇ ਆਈ ਵਾਂਡਰਡ ਲੋਨਲੀ ਐਜ਼ ਅ ਕਲਾਊਡ। ਹੁਣ ਤੁਸੀਂ ਇੱਥੇ ਦੇਖੋ ਧਿਆਨ ਨਾਲ, ਕਵੀ ਕਹਿੰਦਾ ਹੈ ਕਿ ਮੈਂ ਇੱਧਰ ਉੱਧਰ ਫਿਰ ਰਿਹਾ ਸੀਗਾ ਇਕੱਲਾ ਹੀ, ਇੱਕ ਬੱਦਲ ਦੀ ਤਰ੍ਹਾਂ, ਐਜ਼ ਸ਼ਬਦ ਯੂਜ਼ ਹੋਇਆ। ਹੁਣ ਤੁਸੀਂ ਦੇਖੋ ਕਿ ਜਿਹੜਾ ਕਲਾਊਡ ਹੈ ਉਸ ਦਾ ਕੰਪੈਰੀਜ਼ਨ ਉਹਨੇ ਆਪਣੇ ਆਪ ਦੇ ਨਾਲ ਕੀਤਾ। ਕਵੀ ਆਪਣੇ ਆਪ ਨੂੰ ਕਲਾਊਡ ਦੇ ਨਾਲ ਤੁਲਨਾ ਕਰ ਰਿਹਾ ਹੈ ਕਿ ਜਿਵੇਂ ਮੈਂ ਮਾਰਿਆ ਮਾਰਿਆ ਇੱਧਰ ਉੱਧਰ ਫਿਰਦਾ ਸੀ, ਕਲਾਊਡ ਵੀ ਇੱਧਰ ਉੱਧਰ ਇਕੱਲਾ ਫਿਰ ਰਿਹਾ ਸੀ। ਜਿਵੇਂ ਹਵਾ ਕਲਾਊਡ ਨੂੰ ਕਦੇ ਇੱਧਰ ਲੈ ਜਾਂਦੀ ਹੈ, ਕਦੇ ਉੱਧਰ ਲੈ ਜਾਂਦੀ ਹੈ ਬੱਦਲ ਨੂੰ, ਤਾਂ ਉਹ ਆਪਣੇ ਆਪ ਦੀ ਕੰਪੈਰੀਜ਼ਨ ਕਲਾਊਡ ਨਾਲ ਕਰ ਰਿਹਾ ਹੈ, ਪਰ ਉਸਨੇ ਲਾਈਨ ਦੇ ਵਿੱਚ ਐਜ਼ ਯੂਜ਼ ਕੀਤਾ। ਇਸ ਕਰਕੇ ਇੱਥੇ ਆਪਾਂ ਕੀ ਕਹਿੰਦੇ ਹਾਂ ਕਿ ਸਿਮਿਲੀ ਯੂਜ਼ ਹੋਈ ਹੈ ਇਸ ਲਾਈਨ 'ਚ। ਤੀਸਰੀ ਹੈ ਜੀ ਮੈਟਾਫੋਰ। ਮੈਟਾਫੋਰ ਇਹ ਵੀ ਇੱਕ ਫਿਗਰ ਆਫ ਸਪੀਚ ਹੈ। ਇਹਦੇ ਵਿੱਚ ਵੀ ਕੰਪੈਰੀਜ਼ਨ ਹੁੰਦਾ ਹੈ ਦੋ ਚੀਜ਼ਾਂ 'ਚ, ਪਰ ਉਹਨਾਂ ਦੋਨਾਂ ਦੇ ਵਿੱਚ ਕੋਈ ਕਾਮਨ ਕੁਆਲਿਟੀ ਹੁੰਦੀ ਹੈ, ਕੋਈ ਇੱਕ ਸਾਂਝਾ ਗੁਣ ਹੁੰਦਾ ਦੋਨੇ ਚੀਜ਼ਾਂ 'ਚ। ਤੇ ਇਹ ਜਿਹੜਾ ਕੰਪੈਰੀਜ਼ਨ ਹੁੰਦਾ ਹੈ ਇਹ ਇਨਡਾਇਰੈਕਟ ਹੁੰਦਾ ਹੈ, ਡਾਇਰੈਕਟ ਨਹੀਂ ਹੁੰਦਾ। ਇੰਪਲਾਇਡ ਹੁੰਦਾ ਹੈ, ਮਤਲਬ ਛੁਪਿਆ ਹੋਇਆ ਹੁੰਦਾ ਹੈ, ਹਿਡਨ, ਹੈ ਨਾ। ਤਾਂ ਇਹ ਜਿਹੜਾ ਕੰਪੈਰੀਜ਼ਨ ਹੁੰਦਾ ਹੈ ਦੋ ਚੀਜ਼ਾਂ ਦੇ ਵਿੱਚ ਹੀ ਹੁੰਦਾ ਹੈ, ਲੇਕਿਨ ਡਾਇਰੈਕਟ ਨਹੀਂ ਹੁੰਦਾ, ਤੇ ਉਹਨਾਂ ਦੋਨਾਂ ਚੀਜ਼ਾਂ 'ਚ ਕੋਈ ਸਾਂਝਾ ਗੁਣ ਹੋਣਾ ਚਾਹੀਦਾ। ਇਹਨੂੰ ਆਪਾਂ ਮੈਟਾਫੋਰ ਕਹਿੰਦੇ ਹਾਂ। ਆਪਾਂ ਇਹਨੂੰ ਸਮਝਦੇ ਹਾਂ। ਦੇਖੋ,
ਪਹਿਲੀ ਐਗਜ਼ਾਮਪਲ ਦੇ ਵਿੱਚ ਦੋ ਲਾਈਨਸ ਲਿਖੀਆਂ ਹੋਈਆਂ, ਕਹਿੰਦੇ ਹੀ ਇਜ਼ ਐਜ਼ ਬਰੇਵ ਐਜ਼ ਅ ਲਾਇਨ। ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਇਹਦੇ ਵਿੱਚ ਐਜ਼ ਲੱਗਿਆ ਹੋਇਆ ਹੈ, ਤਾਂ ਹੀ ਨੂੰ ਲਾਇਨ ਦੀ ਤਰ੍ਹਾਂ ਬਰੇਵ ਕਿਹਾ ਗਿਆ ਹੈ ਕਿ ਉਹ ਸ਼ੇਰ ਦੀ ਤਰ੍ਹਾਂ ਬਹਾਦਰ ਹੈ। ਐਜ਼ ਸ਼ਬਦ ਲਾ ਕੇ ਦੋਨਾਂ 'ਚ ਕੰਪੈਰੀਜ਼ਨ ਕੀਤਾ ਗਿਆ ਇੱਕ ਇਨਸਾਨ ਦਾ ਲਾਇਨ ਦੇ ਨਾਲ, ਤਾਂ ਇੱਥੇ ਤਾਂ ਸਿਮਲੀ ਯੂਜ਼ ਹੋ ਗਈ। ਪਰ ਦੂਸਰੀ ਲਾਈਨ ਦੇ ਵਿੱਚ ਹੀ ਇਜ਼ ਅ ਲਾਇਨ, ਹੁਣ ਤੁਸੀਂ ਦੇਖੋ ਕਿ ਕਿਸੇ ਪਰਸਨ ਨੂੰ ਲਾਇਨ ਕਹਿਤਾ ਗਿਆ ਸਿੱਧਾ ਹੀ ਕਿ ਉਹ ਲਾਇਨ ਦੀ ਤਰ੍ਹਾਂ ਹੈ। ਹੁਣ ਦੇਖੋ ਲਾਇਨ ਬੜਾ ਬਹਾਦਰ ਹੁੰਦਾ ਹੈ, ਹੀ ਵੀ ਹੋ ਸਕਦਾ ਹੈ ਕਿ ਉਹ ਜਿਹੜਾ ਪਰਸਨ ਆ ਉਹ ਵੀ ਬਹੁਤ ਬਹਾਦਰ ਹੋਵੇ, ਤਾਂ ਦੋਨਾਂ ਦੇ ਵਿੱਚ ਕਾਮਨ ਕੁਆਲਿਟੀ ਕਿਹੜੀ ਹੋਗੀ? ਬਹਾਦਰੀ ਦੀ। ਇਸ ਕਰਕੇ ਆਪਾਂ ਇੱਥੇ ਇਹ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਮੈਟਾਫੋਰ ਯੂਜ਼ ਕੀਤਾ ਗਿਆ ਹੈ, ਕਿਉਂਕਿ ਇੱਥੇ ਕਿਸੇ ਪਰਸਨ ਦੀ ਕੰਪੈਰੀਜ਼ਨ, ਕਿਸੇ ਪਰਸਨ ਦੀ ਤੁਲਨਾ ਸ਼ੇਰ ਦੇ ਨਾਲ ਕੀਤੀ ਗਈ ਹੈ ਬਿਨਾ ਐਜ਼ ਜਾਂ ਲਾਇਕ ਲਾ ਕੇ। ਉੱਪਰ ਐਜ਼ ਲੱਗਿਆ ਸੀ, ਤੁਲਨਾ ਉੱਪਰ ਵੀ ਹੋਈ ਹੈ, ਲੇਕਿਨ ਉੱਪਰ ਐਜ਼ ਲਾ ਕੇ ਤੁਲਨਾ ਹੋਈ ਹੈ, ਨੀਚੇ ਐਜ਼ ਲਾ ਕੇ ਤੁਲਨਾ ਨਹੀਂ ਹੋਈ, ਤਾਂ ਉੱਪਰ ਸਿਮਿਲੀ ਹੋ ਗਈ, ਨੀਚੇ ਮੈਟਾਫੋਰ ਹੋ ਗਿਆ। ਸੇਮ ਇਸੇ ਤਰ੍ਹਾਂ that man is like an angel, ਐਂਜਲ ਦਾ ਮਤਲਬ ਹੁੰਦਾ ਹੈ ਫਰਿਸ਼ਤਾ। ਕਹਿੰਦੇ ਉਹ ਜਿਹੜਾ ਪਰਸਨ ਹੈ ਉਹ ਇੱਕ ਫਰਿਸ਼ਤੇ ਦੀ ਤਰ੍ਹਾਂ। ਹੁਣ ਇੱਥੇ ਲਾਇਕ ਲੱਗਿਆ ਹੋਇਆ, ਇੱਕ ਪਰਸਨ ਨੂੰ ਐਂਜਲ ਬਣਾਤਾ, ਐਂਜਲ ਦੇ ਨਾਲ ਤੁਲਨਾ ਕਰਤੀ, ਉਹਦੀ ਫਰਿਸ਼ਤੇ ਦੇ ਨਾਲ ਤੁਲਨਾ ਕਰਤੀ, ਪਰ ਡਾਇਰੈਕਟ ਤੁਲਨਾ ਕੀਤੀ ਗਈ ਹੈ, ਲਾਇਕ ਲਾ ਕੇ ਤੁਲਨਾ ਕੀਤੀ। ਸਾਨੂੰ ਪਤਾ ਜਦੋਂ ਦੋ ਚੀਜ਼ਾਂ ਦੇ ਵਿੱਚ ਲਾਇਕ ਲਾ ਕੇ ਤੁਲਨਾ ਹੋਵੇ ਅਸੀਂ ਉਸ ਨੂੰ ਸਿਮਿਲੀ ਕਹਿੰਦੇ ਹਾਂ। ਪਰ ਦੂਸਰੀ ਲਾਈਨ ਦੇ ਵਿੱਚ that man is an angel, ਦੂਸਰੀ ਲਾਈਨ ਦੇ ਵਿੱਚ ਵੀ ਕਿਸੇ ਪਰਸਨ ਨੂੰ ਐਂਜਲ ਕਿਹਾ ਗਿਆ ਹੈ, ਫਰਿਸ਼ਤਾ ਕਿਹਾ ਗਿਆ ਹੈ, ਪਰ ਉਸ ਨੂੰ ਮਤਲਬ ਕਿ ਡਾਇਰੈਕਟ ਨਹੀਂ ਕਿਹਾ ਗਿਆ, ਉਸ ਦੀ ਬਸ ਇੱਕ ਸਾਨੂੰ ਸੁਜੈਸ਼ਨ ਜੀ ਟਾਈਪ, ਜਿਵੇਂ ਇੱਕ ਇੰਪਲਾਈਡ ਜਾਂ ਹਿਡਨ ਜਾਂ ਸਾਨੂੰ ਦੇਤਾ ਕਿ that man is an angel, ਕਿ ਉਹ ਬੰਦਾ ਇੱਕ ਫਰਿਸ਼ਤਾ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਥੇ ਦੋ ਚੀਜ਼ਾਂ 'ਚ ਤੁਲਨਾ ਹੋਈ ਹੈ। ਹੁਣ ਐਂਜਲ ਬਹੁਤ ਹੀ ਵਧੀਆ ਮੰਨੇ ਗਏ ਨੇ ਬਾਈ ਨੇਚਰ, ਤੇ ਹੋ ਸਕਦਾ ਉਹ ਬੰਦਾ ਵੀ ਬਹੁਤ ਬਾਈ ਨੇਚਰ ਅੱਛਾ ਹੋਵੇ, ਤਾਂ ਦੋਨਾਂ 'ਚ ਕਾਮਨ ਕੁਆਲਿਟੀ ਚੰਗੀ ਨੇਚਰ ਦੀ ਹੋਗੀ। ਤਾਂ ਅਸੀਂ ਇੱਥੇ ਇਹ ਕਹਿਤਾ ਕਿ that man is an angel ਲਾਈਨ ਦੇ ਵਿੱਚ ਮੈਟਾਫੋਰ ਯੂਜ਼ ਹੋਇਆ। ਉਮੀਦ ਹੈ ਬੱਚਿਓ ਤੁਹਾਨੂੰ ਮੈਟਾਫੋਰ ਵੀ ਸਮਝ ਆ ਗਿਆ ਹੋਵੇਗਾ। ਹੁਣ ਲਾਸਟ ਹੈ ਜੀ ਪਰਸੋਨੀਫਿਕੇਸ਼ਨ। ਪਰਸੋਨੀਫਿਕੇਸ਼ਨ ਵੀ ਤੁਲਨਾ ਦੇ ਲਈ ਹੀ ਕਵੀ ਯੂਜ਼ ਕਰਦਾ ਹੈ। ਦੋ ਚੀਜ਼ਾਂ ਦੀ ਤੁਲਨਾ ਹੁੰਦੀ ਹੈ, ਪਰ ਜਦੋਂ ਇਹਦੇ ਵਿੱਚ ਇੱਕ ਚੀਜ਼ ਦੀ ਜਦੋਂ ਤੁਲਨਾ ਹੁੰਦੀ ਹੈ ਤਾਂ ਉਹ ਜਿਹੜੀ ਚੀਜ਼ ਹੁੰਦੀ ਹੈ ਉਹ ਅਣਮਨੁੱਖੀ ਹੁੰਦੀ ਹੈ। ਹੁਣ ਅਣਮਨੁੱਖੀ ਦਾ ਮਤਲਬ ਕਿ ਇੱਕ ਚੀਜ਼ ਇਹਦੇ ਵਿੱਚੋਂ ਉਹ ਹੁੰਦੀ ਹੈ ਜੋ ਮਨੁੱਖ ਨਹੀਂ, ਲੇਕਿਨ ਉਸ ਚੀਜ਼ ਦੇ ਵਿੱਚ ਕੋਈ ਮਤਲਬ ਕਵੀ ਉਸ ਚੀਜ਼ ਦੇ ਵਿੱਚ ਕੋਈ ਮਨੁੱਖੀ ਕੁਆਲਿਟੀ ਦੇਖਦਾ ਕਿ ਉਸ ਚੀਜ਼ ਦੇ ਵਿੱਚ ਮਨੁੱਖੀ ਕੁਆਲਿਟੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੈ ਕੇ ਸਮਝਾਉਣਾ, ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗੀ। ਪਹਿਲਾਂ ਤੁਹਾਨੂੰ ਮੈਂ ਇੱਕ ਸਿੰਪਲ ਐਗਜ਼ਾਮਪਲ ਲੈ ਕੇ ਸਮਝਾਉਣਾ ਹੈ ਕਿ the trees are dancing in the wind, the trees are dancing in the wind। ਮੈਂ ਇੱਕ ਸਿੰਪਲ ਲਾਈਨ ਲਈ ਹੈ ਤੁਹਾਨੂੰ ਸਮਝਾਉਣ ਦੇ ਲਈ। ਹੁਣ ਇਹਦਾ ਮਤਲਬ ਕੀ ਹੈ ਕਿ ਜਿਹੜੇ ਦਰਖਤ ਨੇ ਉਹ ਹਵਾ ਦੇ ਵਿੱਚ ਨੱਚ ਰਹੇ ਹਨ। ਹੁਣ ਹੋ ਸਕਦਾ ਹਵਾ ਬੜੀ ਤੇਜ਼ ਚੱਲਦੀ ਹੋਵੇ, ਠੀਕ ਹੈ, ਤਾਂ ਟਰੀਜ਼ ਕਦੇ ਇੱਧਰ ਜਾ ਰਿਹਾ ਕਦੇ ਉੱਧਰ ਜਾ ਰਹੇ ਨੇ, ਤਾਂ ਆਪਾਂ ਕਹਿ ਦਿੰਦੇ ਹਾਂ ਕਿ ਡਾਂਸ ਕਰ ਰਹੇ ਨੇ। ਲੇਕਿਨ ਸਾਨੂੰ ਇੰਨਾ ਪਤਾ ਹੈ ਬੇਟਾ ਕਿ ਡਾਂਸ ਤਾਂ ਇਨਸਾਨ ਕਰਦਾ ਹੈ, ਸਾਨੂੰ ਪਤਾ ਨਾ ਡਾਂਸ ਤਾਂ ਇਨਸਾਨ ਕਰਦਾ ਹੈ, ਪਰ ਇੱਥੇ ਟਰੀਜ਼ ਨੂੰ ਡਾਂਸ ਕਰਨਾ ਕਿਹਾ ਹੋਇਆ ਹੈ। ਤਾਂ ਕਹਿਣ ਦਾ ਮਤਲਬ ਟਰੀਜ਼ ਨੂੰ ਡਾਂਸਿੰਗ ਦੇ ਨਾਲ ਇੱਕ ਤਰ੍ਹਾਂ ਦੀ ਕੰਪੈਰੀਜ਼ਨ ਕੀਤਾ ਹੋਇਆ ਹੈ। ਸਾਡੀ ਜਿਹੜੀ ਮਨੁੱਖਾਂ ਦੀ ਕੁਆਲਿਟੀ ਡਾਂਸ ਦੀ ਹੈ ਉਸ ਨੂੰ ਟਰੀਜ਼ ਦੀ ਕੁਆਲਿਟੀ ਦੱਸਿਆ ਗਿਆ। ਹੁਣ ਇੱਥੇ ਤੁਹਾਨੂੰ ਮੈਂ ਦੱਸਿਆ ਨਾ ਕਿ ਟਰੀਜ਼ ਇਨਸਾਨ ਤਾਂ ਹੈ ਨਹੀਂ, ਲੇਕਿਨ ਟਰੀਜ਼ ਦੇ ਅੰਦਰ ਜਿਹੜਾ ਕਵੀ ਹੈ, ਟਰੀਜ਼ ਜਦੋਂ ਝੂਲ ਰਹੇ ਨੇ ਤਾਂ ਕਵੀ ਨੂੰ ਲੱਗ ਰਿਹਾ ਕਿ ਉਹ ਡਾਂਸ ਕਰ ਰਿਹਾ ਜਿਵੇਂ ਇੱਕ ਮਨੁੱਖ ਡਾਂਸ ਕਰਦਾ ਹੋਵੇ, ਠੀਕ ਹੈ। ਤਾਂ ਇੱਥੇ ਮਤਲਬ ਇਹ ਹੋ ਗਿਆ ਕਿ ਇੱਥੇ ਦੋ ਚੀਜ਼ਾਂ ਦੀ ਕੰਪੈਰੀਜ਼ਨ ਹੋ ਗਿਆ, ਦੋ ਚੀਜ਼ਾਂ ਦਾ ਤੁਲਨਾ ਹੋ ਗਈ, ਇੱਕ ਟਰੀਜ਼ ਹੋ ਗਿਆ ਇੱਕ ਪਾਸੇ, ਦੂਸਰੇ ਪਾਸੇ ਮਨੁੱਖਾਂ ਦਾ ਡਾਂਸ ਹੋ ਗਿਆ। ਉਹ ਟਰੀਜ਼ ਦੇ ਵਿੱਚ ਕਵੀ ਜਿਹੜਾ ਹੈ ਉਹ ਮਨੁੱਖੀ ਕੁਆਲਿਟੀ ਦੇਖ ਰਿਹਾ ਹੈ ਕਿ ਟਰੀਜ਼ ਮਨੁੱਖਾਂ ਵਾਂਗੂ ਡਾਂਸ ਕਰ ਰਹੇ ਨੇ। ਤਾਂ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਪਰਸੋਨੀਫਿਕੇਸ਼ਨ ਯੂਜ਼ ਹੋਈ ਹੈ। ਇਹਨਾਂ ਨੇ ਬੇਟਾ ਜਿਹੜੀ ਐਗਜ਼ਾਮਪਲ ਲਈ ਹੈ ਉਹ ਸ਼ੇਕਸਪੀਅਰ ਦੀ ਐਗਜ਼ਾਮਪਲ ਲਈ ਹੈ। ਇਹਨਾਂ ਨੇ ਇੱਕ ਸੋਨੇਟ ਲਿਖਿਆ ਹੋਇਆ ਹੈ, ਇਹ ਉਸ ਚੋਂ ਲਾਈਨਸ ਲਈਆਂ ਗਈਆਂ ਨੇ। ਮੈਂ ਥੋੜ੍ਹੀਆਂ ਤੁਹਾਨੂੰ ਚਲੋ ਇਹ ਵੀ ਸਮਝਾ ਦਿੰਦਾ ਇਹ 'ਚ ਕੀ ਕਿਹਾ ਗਿਆ ਹੈ। ਕਹਿੰਦੇ ਜਿਹੜਾ ਦੇਖੋ ਇਸ ਦੇ ਵਿੱਚ ਸ਼ੇਕਸਪੀਅਰ ਨੇ ਬੜੀ ਵਧੀਆ ਗੱਲ ਲਿਖੀ ਹੈ ਪਿਆਰ ਦੇ ਬਾਰੇ, ਲਵ ਦੇ ਬਾਰੇ ਉਸਨੇ ਆਪਣੀ ਫੀਲਿੰਗਸ ਦੱਸੀਆਂ ਨੇ। ਕਹਿੰਦੇ ਜਿਹੜਾ ਪਿਆਰ ਹੈ ਇਹ ਟਾਈਮ ਦੇ ਅਧੀਨ ਨਹੀਂ ਹੈਗਾ, ਟਾਈਮਸ ਫੂਲ ਨਹੀਂ ਹੈ, ਇਹ ਟਾਈਮ ਦੇ ਅਧੀਨ ਨਹੀਂ ਹੈ। ਹਾਲਾਂਕਿ ਰੋਜ਼ੀ ਲਿਪਸ ਐਂਡ ਚੀਕਸ ਇੱਥੇ ਕਿਹਾ ਗਿਆ ਹੈ,
ਸਾਡੀ ਕਿਸੇ ਵੀ ਪਰਸਨ ਦੀ ਯੂਥ ਨੂੰ, ਜਵਾਨੀ ਨੂੰ, ਕਹਿੰਦੇ ਜਿਹੜੀ ਕਿਸੇ ਪਰਸਨ ਦੀ ਜਵਾਨੀ ਹੁੰਦੀ ਹੈ ਉਹ ਟਾਈਮ ਦੇ ਅਧੀਨ ਹੁੰਦੀ ਹੈ, ਬਿਕੋਜ਼ ਟਾਈਮ ਦੇ ਹਿਸਾਬ ਦੇ ਨਾਲ ਉਹ ਜਵਾਨੀ ਬੰਦੇ ਦੀ ਚਲੀ ਜਾਂਦੀ ਹੈ, ਲੇਕਿਨ ਪਿਆਰ ਨਹੀਂ ਕਿਸੇ ਵੀ ਟਾਈਮ ਦੇ ਅਧੀਨ। ਤੀਸਰੀ ਲਾਈਨ ਦੇ ਵਿੱਚ ਉਸਨੇ ਲਿਖਿਆ ਹੈ ਕਿ ਜਿਹੜਾ ਪਿਆਰ ਹੈ, ਲਵ ਹੈ, ਇਹ ਫਿਰ ਉਸਨੇ ਇਹ ਗੱਲ ਲਿਖੀ ਹੈ ਕਿ ਆਵਰਸ ਐਂਡ ਵੀਕਸ ਦੇ ਅਧੀਨ ਨਹੀਂ ਹੈ, ਉਸਦੇ ਨਾਲ ਇਹ ਚੇਂਜ ਨਹੀਂ ਹੁੰਦਾ। ਜੇ ਕੋਈ ਇਨਸਾਨ ਕਿਸੇ ਇਨਸਾਨ ਨੂੰ ਸੱਚਾ ਪਿਆਰ ਕਰਦਾ ਹੈ ਤਾਂ ਉਹ ਸਮੇਂ ਦੇ ਨਾਲ ਬਦਲਦਾ ਨਹੀਂ ਹੈ, ਉਹ ਬਿਲਕੁਲ ਉਸੇ ਤਰ੍ਹਾਂ ਹੀ ਰਹਿੰਦਾ ਹੈ। ਤੇ ਲਾਸਟ ਲਾਈਨ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਐਜ ਆਫ ਡੂਮ ਦਾ ਮਤਲਬ ਇੱਥੇ ਲਿਖਿਆ ਹੋਇਆ ਹੈ ਕਿ ਅੰਤ ਤੱਕ ਇਹ ਚਿਰਸਥਾਈ ਰਹਿੰਦਾ ਹੈ। ਜਿਹੜਾ ਪਿਆਰ ਹੈ, ਸੱਚਾ ਪਿਆਰ ਹੈ, ਚਿਰਸਥਾਈ ਰਹਿੰਦਾ ਹੈ। ਤਾਂ ਇਹ ਜਿਹੜੀਆਂ ਲਾਈਨਸ ਨੇ ਇਹ ਸ਼ੇਕਸਪੀਅਰ ਨੇ ਲਿਖੀਆਂ ਨੇ। ਜੇ ਤੁਸੀਂ ਇੱਥੇ ਦੇਖੋ ਨਾ ਤਾਂ ਇੱਥੇ ਆ ਦੇਖੋ, ਜਿਹੜੀਆਂ ਰੋਜ਼ੀ ਲਿਪਸ ਐਂਡ ਚੀਕਸ, ਇਹ ਇੱਕ ਇਨਸਾਨ ਦੀਆਂ ਹੁੰਦੀਆਂ ਨੇ ਨਾ, ਇਨਸਾਨ ਦੀ ਲਿਪਸ ਹੁੰਦੇ ਨੇ, ਇਨਸਾਨ ਦੀਆਂ ਚੀਕਸ ਹੁੰਦੀਆਂ ਨੇ। ਲਿਪਸ ਮਤਲਬ ਬੁੱਲ ਤੇ ਚੀਕਸ ਮਤਲਬ ਗੱਲਾਂ, ਹੈ ਨਾ। ਲੇਕਿਨ ਇੱਥੇ ਉਸਨੇ ਯੂਜ਼ ਟਾਈਮ ਲਈ ਕੀਤੀਆਂ ਹੋਈਆਂ ਚੀਜ਼ਾਂ। ਤਾਂ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਇੱਥੇ ਜਿਹੜਾ ਕਵੀ ਹੈ ਉਸਨੇ ਪਰਸੋਨੀਫਿਕੇਸ਼ਨ ਯੂਜ਼ ਕੀਤੀ ਹੋਈ ਹੈ। ਤਾਂ ਮੈਂ ਤੁਹਾਨੂੰ ਆ ਵੀ ਜਿਹੜਾ ਪੈਰਾ ਹੈ ਸਮਝਾਤਾ, ਤੇ ਇੱਕ ਮੈਂ ਆਪਣੇ ਕੋਲੋਂ ਇੱਕ ਸਿੰਪਲ ਜੀ ਐਗਜ਼ਾਮਪਲ ਲੈ ਕੇ ਤੁਹਾਨੂੰ ਸਮਝਾਈ ਹੈ। ਉਮੀਦ ਹੈ ਬੱਚਿਓ ਤੁਹਾਨੂੰ ਚਾਰੇ ਫਿਗਰ ਆਫ ਸਪੀਚ ਸਮਝ ਆ ਗਈਆਂ ਹੋਣਗੀਆਂ, ਤੇ ਇਹਨਾਂ ਚਾਰਾਂ ਨੂੰ ਸਮਝ ਕੇ ਫਿਰ ਅਸੀਂ ਆਪਣੀਆਂ ਅਗਲੀਆਂ ਐਕਸਰਸਾਈਜ਼ ਕਰਾਂਗੇ। ਤੁਸੀਂ ਇਹਨਾਂ ਦੇ ਨੋਟਸ ਆਪਣੀ ਲੈਂਗੁਏਜ ਦੇ ਵਿੱਚ, ਆਪਣੀ ਆਸਾਨ ਭਾਸ਼ਾ ਦੇ ਵਿੱਚ ਬਣਾ ਲੈਣੇ ਨੇ ਕਿ ਸਿਮਿਲੀ ਕੀ ਹੁੰਦੀ ਹੈ, ਐਗਜ਼ਾਮਪਲ ਵੀ ਲਿਖ ਲੈਣੀ ਹੈ, ਮੈਟਾਫੋਰ ਕੀ ਹੁੰਦਾ ਉਹਦੀ ਐਗਜ਼ਾਮਪਲ ਲਿਖ ਲੈਣੀ ਹੈ, ਇਸੇ ਤਰ੍ਹਾਂ ਪਰਸੋਨੀਫਿਕੇਸ਼ਨ, ਇਸੇ ਤਰ੍ਹਾਂ ਐਲੀਟਰੇਸ਼ਨ। ਤੁਸੀਂ ਇਹਦੀਆਂ ਇਸ ਤਰ੍ਹਾਂ ਲਿਖ ਕੇ ਆਪਣੀ ਨੋਟਬੁੱਕਸ, ਫੈਨ ਨੋਟਬੁੱਕਸ ਤੇ ਇਸ ਨੂੰ ਵਧੀਆ ਤਰੀਕੇ ਨਾਲ ਲਿਖ ਲੈਣਾ ਹੈ। ਹਾਂਜੀ ਬੱਚਿਓ, ਹੁਣ ਅਸੀਂ ਆਪਣੀ ਇਸ ਪੋਇਮ ਦੀ ਜੋ ਪਹਿਲੀ ਐਕਸਰਸਾਈਜ਼ ਹੈ ਉਹ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਇਹਦਾ ਪਹਿਲਾ ਕੁਐਸਚਨ ਦੇਖ ਲੈਂਦੇ ਹਾਂ। ਗਿਵ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ। ਤਾਂ ਬੱਚਿਓ ਮੈਂ ਤੁਹਾਨੂੰ ਇਸ ਦੀ ਪਹਿਲਾਂ ਹੀ PDF ਬਣਾ ਕੇ ਇਸ ਦੀ ਮੈਂ ਤੁਹਾਨੂੰ ਭੇਜ ਚੁੱਕਿਆ ਹਾਂ, ਤਾਂ ਤੁਸੀਂ ਉਸ ਤੋਂ ਇਹ ਸੈਂਟਰਲ ਆਈਡੀਆ ਨੋਟ ਕਰ ਲੈਣਾ ਹੈ। ਦੂਸਰੀ ਐਕਸਰਸਾਈਜ਼ ਕਰਨ ਲੱਗੇ ਆਪਾਂ। ਤਾਂ ਇਹ ਪੈਰਾ ਹੈ, ਇਹ ਮੈਂ ਤੁਹਾਨੂੰ ਆਲਰੇਡੀ ਪਹਿਲੇ ਜੋ ਲੈਸਨ ਤੁਹਾਨੂੰ ਮੈਂ ਇਸ ਦਾ ਭੇਜਿਆ ਸੀ, ਇਸ ਦੀ ਵੀਡੀਓ ਭੇਜੀ ਸੀ ਮੈਂ, ਉਸ ਦੇ ਵਿੱਚ ਤੁਹਾਨੂੰ ਬਹੁਤ ਹੀ ਚੰਗੀ ਤਰ੍ਹਾਂ ਮੈਂ ਸਮਝਾ ਚੁੱਕਿਆ ਹਾਂ। ਆਪਾਂ ਸਿੱਧੇ ਡਾਇਰੈਕਟ ਇਸ ਦੇ ਕੁਐਸਚਨਸ ਤੇ ਆਉਂਦੇ ਹਾਂ। 4 ਕੁਐਸਚਨਸ ਹਨ। ਸਭ ਤੋਂ ਪਹਿਲਾ ਕੁਐਸਚਨ ਹੈ ਕਿ ਹਾਊ ਕੈਨ ਦਾ ਵੁੱਡਸ ਗਿਵ ਅਸ ਹੀਟ ਐਜ਼ ਵੈਲ ਐਜ਼ ਕੋਲਡਨੈਸ। ਕਿ ਵੁੱਡਸ ਜਿਹੜੇ ਜੰਗਲ ਨੇ ਸਾਨੂੰ ਹੀਟ ਅਤੇ ਕੋਲਡਨੈਸ ਮਤਲਬ ਗਰਮੀ ਅਤੇ ਠੰਡ ਦੋਵੇਂ ਕਿਵੇਂ ਦੇ ਦਿੰਦੇ ਨੇ। ਤਾਂ ਇਹ ਬੇਟਾ ਆਪਾਂ ਦੇਖੋ ਪਹਿਲੀ ਲਾਈਨ ਜੋ ਹੈ ਇਸ ਦੀ ਉਸ ਤੋਂ ਸਮਝ ਲੈਂਦੇ ਹਾਂ ਕਿ ਆਈ ਐਮ ਦਾ ਹੀਟ ਆਫ ਯੂਰ ਹਾਰਟ ਔਨ ਦਾ ਕੋਲਡ ਵਿੰਟਰ ਨਾਈਟਸ, ਦਾ ਫਰੈਂਡਲੀ ਸ਼ੇਡ ਸਕਰੀਨਿੰਗ ਯੂ ਫਰੋਮ ਦਾ ਸਮਰ ਸਨ। ਤਾਂ ਇੱਥੋਂ ਕਲੀਅਰ ਹੋ ਜਾਂਦਾ ਹੈ ਕਿ ਜਿਹੜੀ ਹਾਰਥ ਹੈ, ਚੁੱਲ੍ਹਾ ਹੈ, ਉਸ ਦੀਆਂ ਕੋਲਡ ਵਿੰਟਰ ਨਾਈਟਸ ਹੁੰਦੀਆਂ ਨੇ, ਜਦੋਂ ਠੰਡੀਆਂ ਰਾਤਾਂ ਹੁੰਦੀਆਂ ਨੇ ਤਾਂ ਉਹ ਚੁੱਲ੍ਹੇ ਦੀ ਸੇਕ ਦੇ ਨਾਲ ਸਾਨੂੰ ਹੀਟ ਮਿਲਦੀ ਹੈ। ਤਾਂ ਇਸੇ ਤਰ੍ਹਾਂ ਜਦੋਂ ਗਰਮੀਆਂ ਦੇ ਵਿੱਚ ਸੂਰਜ ਇੰਨਾ ਤਪ ਰਿਹਾ ਹੁੰਦਾ ਹੈ ਤਾਂ ਉਸਦੀ ਸ਼ੇਡ ਜਿਹੜੀ ਸਾਨੂੰ ਰੁੱਖਾਂ ਤੋਂ ਮਿਲਦੀ ਹੈ, ਰੁੱਖਾਂ ਤੋਂ ਸਾਨੂੰ ਸ਼ੇਡ ਨਾਲ ਉਸ ਤਪਦੀ ਧੁੱਪ ਤੋਂ ਸਾਨੂੰ ਰਾਹਤ ਮਿਲਦੀ ਹੈ। ਤਾਂ ਇਹਦਾ ਆਨਸਰ ਮੈਂ ਬੇਟਾ ਨੀਚੇ ਲਿਖਣ ਲੱਗਿਆ, ਤੁਸੀਂ ਆਪਣਾ ਨੋਟ ਕਰ ਲੈਣਾ ਹੈ ਇਹਦਾ ਆਨਸਰ। ਤਾਂ ਤੁਸੀਂ ਇਸ ਨੂੰ ਨੋਟ ਕਰ ਲਓ ਕਿ ਇਨ ਵਿੰਟਰ the woods give fuel for our fireplace. दूसरी लाइन, in summer they give us shade from the sun. ਤਾਂ ਇਹ ਪਹਿਲਾ ਆਨਸਰ ਹੈ ਜੀ। ਮੈਂ ਸਮਝਾ ਵੀ ਦਿੰਦਾ ਕਿ ਸਰਦੀਆਂ ਦੇ ਵਿੱਚ, ਇਨ ਵਿੰਟਰ ਸਰਦੀਆਂ ਦੇ ਵਿੱਚ ਜਿਹੜੇ ਵੁੱਡਸ ਨੇ ਸਾਨੂੰ ਫਿਊਲ ਦਾ ਮਤਲਬ ਬਾਲਣ, ਠੀਕ ਹੈ, ਸਾਡੇ ਫਾਇਰਪਲੇਸ ਜਿੱਥੇ ਅਸੀਂ ਚੁੱਲ੍ਹਾ ਵਗੈਰਾ ਜਲਾਉਂਦੇ ਹਾਂ ਤਾਂ ਉਸ ਫਾਇਰਪਲੇਸ ਦੇ ਲਈ ਸਾਨੂੰ ਬਾਲਣ ਦਿੰਦੇ ਹਨ। ਇਨ ਸਮਰ ਗਰਮੀਆਂ ਦੇ ਵਿੱਚ ਦੇ ਗਿਵ ਅਸ ਸ਼ੇਡ, ਉਹ ਸਾਨੂੰ ਛਾਂ ਦਿੰਦੇ ਹਨ ਫਰੋਮ ਦਾ ਸਨ ਤੋਂ। ਤਾਂ ਸਨ ਤੋਂ ਬਚਣ ਲਈ ਸਾਨੂੰ ਛਾਂ ਦਿੰਦੇ ਹਨ। ਤਾਂ ਇਹ ਪਹਿਲਾ ਆਨਸਰ ਹੋ ਗਿਆ ਜੀ। ਇਹਨੂੰ ਤੁਸੀਂ ਨੋਟ ਕਰ ਲੈਣਾ। ਮੈਂ ਇਸ ਨੂੰ ਹੁਣ ਰੱਬ ਕਰ ਦਿੰਦਾ ਹਾਂ ਤਾਂ ਕਿ ਆਪਾਂ ਸੈਕਿੰਡ ਦਾ ਆਨਸਰ ਲਿਖ ਸਕੀਏ।
ਤਾਂ ਬੇਟਾ ਇਹ ਜਿਹੜੇ ਕੁਐਸਚਨਸ ਆਨਸਰ ਨੇ ਤੁਸੀਂ ਆਪਣੀਆਂ ਫੈਨ ਨੋਟਬੁੱਕਸ ਤੇ ਬਹੁਤ ਹੀ ਵਧੀਆ ਹੈਂਡਰਾਈਟਿੰਗ 'ਚ ਲਿਖਦੇ ਰਹਿਣਾ ਤਾਂ ਕਿ ਤੁਹਾਨੂੰ ਜਦੋਂ ਤੁਸੀਂ ਆਪਣੀ ਐਗਜ਼ਾਮਸ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਤੁਹਾਨੂੰ ਕੋਈ ਦਿੱਕਤ ਨਾ ਆਵੇ ਬਿਕੋਜ਼ ਐਜ਼ ਇਟ ਇਜ਼ ਇਹ ਜਿਹੜੇ ਆਨਸਰਸ ਨੇ ਕੁਐਸਚਨਸ ਨੇ ਤੁਹਾਨੂੰ ਪੇਪਰਾਂ 'ਚ ਵੀ ਆ ਹੀ ਜਾਂਦੇ ਨੇ। ਹੁਣ ਅਸੀਂ ਸੈਕਿੰਡ ਕੁਐਸਚਨ ਵੱਲ ਆਪਣਾ ਧਿਆਨ ਦਿੰਦੇ ਹਾਂ ਕਿ ਨੇਮ ਦਾ ਫਿਗਰ ਆਫ ਸਪੀਚ। ਦੇਖੋ ਹੁਣੀ ਆਪਾਂ ਫਿਗਰ ਆਫ ਸਪੀਚ ਡਿਸਕਸ ਕੀਤੀ ਹੈ, ਤਾਂ ਕਿਹੜੀ ਫਿਗਰ ਆਫ ਸਪੀਚ ਦਾ ਫਰੈਂਡਲੀ ਸ਼ੇਡ ਸਕਰੀਨਿੰਗ ਯੂ ਫਰੋਮ ਦਾ ਸਮਰ ਸਨ ਇਸ ਦੇ ਵਿੱਚ ਯੂਜ਼ ਕੀਤੀ ਗਈ ਹੈ। ਤਾਂ ਬੜੀ ਸਿੰਪਲ ਹੈ, ਯਾਦ ਕਰੋ ਐਲੀਟ੍ਰੇਸ਼ਨ 'ਚ ਮੈਂ ਕੀ ਕਿਹਾ ਸੀ ਕਿ ਇੱਕ ਕੌਨਸੋਨੈਂਟ ਦੀ ਸਾਊਂਡ ਇੱਕ ਲਾਈਨ ਦੇ ਵਿੱਚ ਵਾਰ-ਵਾਰ ਆਉਂਦੀ ਹੈ, ਉਹਨੂੰ ਆਪਾਂ ਐਲੀਟ੍ਰੇਸ਼ਨ ਕਹਿੰਦੇ ਹਾਂ। ਤਾਂ ਬੇਟਾ ਇਸ ਦੇ ਵਿੱਚ ਸ ਦੀ ਆਵਾਜ਼ ਦੇਖੋ, ਸ਼ੇਡ ਸ ਤੋਂ ਹੈ, ਸਕਰੀਨਿੰਗ ਸ ਤੋਂ ਹੈ, ਫਰੋਮ ਦਾ ਸਮਰ ਸ ਤੋਂ ਹੈ, ਸਨ ਸ ਤੋਂ ਹੈ। ਤਾਂ ਸ ਇੱਕ ਕੌਨਸੋਨੈਂਟ ਹੈ, ਵਿਅੰਜਨ ਹੈ, ਬਾਰ-ਬਾਰ ਸਾਊਂਡ ਆ ਰਹੀ ਹੈ, ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਐਲੀਟ੍ਰੇਸ਼ਨ ਯੂਜ਼ ਹੋਈ ਹੈ। ਤਾਂ ਇਹਦਾ ਆਂਸਰ ਹੋ ਗਿਆ ਐਲੀਟ੍ਰੇਸ਼ਨ। ਤੀਸਰਾ ਕੁਐਸਚਨ ਹੈ ਜੀ, ਲਿਸਟ ਦਾ ਥਿੰਗਸ ਦਾ ਵੁੱਡਸ ਗਿਵ ਅਸ। ਕਿਹੜੀਆਂ ਚੀਜ਼ਾਂ ਸਾਨੂੰ ਜੰਗਲ ਦਿੰਦੇ ਨੇ ਅਕੋਰਡਿੰਗ ਟੂ ਦਿਸ ਪੈਰਾਗ੍ਰਾਫ। ਜਿਹੜਾ ਉੱਪਰ ਸਾਡਾ ਪੈਰਾ ਹੈ ਇਸ ਦੇ ਮੁਤਾਬਕ ਸਾਨੂੰ ਜਿਹੜੇ ਜੰਗਲ ਨੇ ਉਹ ਸਾਨੂੰ ਕੀ ਦਿੰਦੇ ਹਨ। ਤਾਂ ਇਹਦਾ ਆਨਸਰ ਮੈਂ ਨੀਚੇ ਇੱਕ ਵਾਰ ਫਿਰ ਲਿਖ ਰਿਹਾ ਹਾਂ, ਤੁਸੀਂ ਨੋਟ ਕਰ ਲੈਣਾ ਆਪਣੀਆਂ ਨੋਟਬੁੱਕਸ ਤੇ। The woods give us heat in winter, comma, shade in summer, and fruits। ਓਕੇ ਜੀ, ਬੜਾ ਆਸਾਨ ਹੈ ਆਨਸਰ ਇਹਦਾ। ਸਮਝਾ ਦਿੰਦਾ ਕਿ ਜਿਹੜੇ ਜੰਗਲ ਨੇ ਉਹ ਸਾਨੂੰ ਵਿੰਟਰ ਦੇ ਵਿੱਚ ਹੀਟ ਦਿੰਦੇ ਨੇ, ਸਮਰ ਦੇ ਵਿੱਚ ਸ਼ੇਡ ਦਿੰਦੇ ਨੇ, ਛਾਂ ਦਿੰਦੇ ਨੇ ਅਤੇ ਫਰੂਟਸ ਵੀ ਦਿੰਦੇ ਨੇ। ਤਾਂ ਇਹਦਾ ਆਨਸਰ ਹੈ ਡੀ। ਇਹ ਸਾਡਾ ਫੋਰਥ ਕੁਐਸਚਨ ਹੈ, ਉਸ ਦੇ ਵਿੱਚ ਅਸੀਂ ਦੇਖ ਲੈਂਦੇ ਹਾਂ ਕਿ ਕਿਹੜਾ ਕੁਐਸਚਨ ਹੈ। ਕਹਿੰਦੇ ਵਟ ਡਜ਼ ਦਾ ਲਾਈਨ ਰਿਫਰੈਸ਼ਿੰਗ ਡਰੌਟਸ ਰਿਫਰ ਟੂ। ਰਿਫਰੈਸ਼ਿੰਗ ਡਰੌਟਸ ਦਾ ਮਤਲਬ ਕੀ ਹੈ। ਜਿਹੜੀ ਆ ਲਾਸਟ ਲਾਈਨ ਦੇ ਵਿੱਚ ਆਏ ਨਾ ਕਿ ਮਾਈ ਫਰੂਟਸ ਆਰ ਰਿਫਰੈਸ਼ਿੰਗ ਡਰਾਫਟਸ ਕੁਐਂਚਿੰਗ ਯੂਰ ਥਰਸਟ ਐਜ਼ ਯੂ ਜਰਨੀ ਔਨ। ਤਾਂ ਇਹਦਾ ਮਤਲਬ ਕੀ ਹੈ। ਤਾਂ ਇਹਦਾ ਮਤਲਬ ਆਪਾਂ ਪਹਿਲਾਂ ਦੇ ਸਾਰੇ ਆਂਸਰਸ ਦੇਖ ਲੈਂਦੇ ਹਾਂ। ਪਹਿਲਾ ਹੈ ਜੂਸੀ ਬਾਈਟਸ ਆਫ ਦਾ ਫਰੂਟਸ, ਫਿਰ ਹੈ ਲਿਕਿੰਗ ਰੇਨ ਡ੍ਰੌਪਸ ਫਾਲਨ ਔਨ ਦਾ ਫਰੂਟਸ। ਤੇ ਦੋ ਹੀ ਹੈ ਜੀ, ਤੇ ਆਪਾਂ ਇਹਨਾਂ ਦੋਨਾਂ ਦੇ ਵਿੱਚੋਂ ਆਨਸਰ ਦੱਸਣਾ ਹੈ ਕਿ ਕਿਹੜਾ ਹੈ। ਤਾਂ ਬੇਟਾ ਸਾਨੂੰ ਪਤਾ ਹੈ ਕਿ ਰਿਫਰੈਸ਼ਿੰਗ ਡਰਾਫਟਸ ਬਿਲਕੁਲ ਤਾਜ਼ੇ ਜਿਹੜੀਆਂ ਤਾਜ਼ੇ ਫਲ ਹੁੰਦੇ ਨੇ ਉਹ ਸਾਡੀ ਪਿਆਸ ਬੁਝਾਉਂਦੇ ਨੇ। ਤਾਂ ਪਿਆਸ ਸਾਡੀ ਜੂਸੀ ਬਾਈਟਸ ਆਫ ਦਾ ਫਰੂਟ ਦੇ ਨਾਲ ਹੀ ਬੁਝਦੀ ਹੈ। ਜੂਸੀ ਬਾਈਟਸ ਕਿਉਂਕਿ ਜੂਸ ਨਾਲ ਭਰੇ ਹੋਏ ਬਾਈਟਸ ਨੇ ਫਰੂਟਸ ਦੇ, ਇਸ ਕਰਕੇ ਇਹਦਾ ਆਨਸਰ ਪਹਿਲਾ ਹੈ। ਤਾਂ ਪਹਿਲਾ ਇਹਦਾ ਆਨਸਰ ਹੈ ਜੀ ਡੀ ਦਾ। ਤਾਂ ਇਸ ਦੇ ਨਾਲ ਸਾਡੀ ਜਿਹੜੀ ਇਹ ਦੂਸਰੀ ਐਕਸਰਸਾਈਜ਼ ਹੈ ਇਹ ਕੰਪਲੀਟ ਹੁੰਦੀ ਹੈ। ਹਾਂਜੀ ਸਟੂਡੈਂਟਸ, ਹੁਣ ਅਸੀਂ ਆਪਣੀ ਇਸ ਪੋਇਮ ਦੀ ਥਰਡ ਐਕਸਰਸਾਈਜ਼ ਜੋ ਲਾਸਟ ਐਕਸਰਸਾਈਜ਼ ਹੈ ਉਹ ਕਰਨ ਜਾ ਰਹੇ ਹਾਂ। ਤਾਂ ਲਾਸਟ ਵਾਲਾ ਪੈਰਾ ਇਸ ਦੇ ਵਿੱਚ ਲਿਖਿਆ ਹੋਇਆ। ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਇਸ ਨੂੰ ਕਰ ਲਿਆ ਹੈ ਪਹਿਲਾਂ ਵਾਲੇ ਲੈਸਨ ਦੇ ਵਿੱਚ। ਜੇ ਤੁਸੀਂ ਇਸ ਨੂੰ ਰਿਵਾਈਜ਼ ਕਰਨਾ ਚਾਹੁੰਦੇ ਹੋ ਤਾਂ ਦੁਬਾਰਾ ਤੇ ਤੁਸੀਂ ਜਾ ਕੇ ਉਹ ਜਿਹੜਾ ਮੇਰਾ ਜੋ ਮੈਂ ਤੁਹਾਨੂੰ ਵੀਡੀਓ ਭੇਜਿਆ ਸੀ ਉਸ ਦੇ ਵਿੱਚ ਤੁਸੀਂ ਇਹ ਜਾ ਕੇ ਪੂਰੀ ਤਰ੍ਹਾਂ ਸਮਝ ਸਕਦੇ ਹੋ। ਤਾਂ ਅਸੀਂ ਡਾਇਰੈਕਟ ਕੁਐਸਚਨ ਤੇ ਆਨੇ ਹਾਂ। ਪਹਿਲਾ ਕੁਐਸਚਨ ਹੈ ਜੀ ਕਿ ਰਾਈਟ ਡਾਊਨ ਦਾ ਲਾਈਨ ਇਨ ਦਾ ਪੋਇਮ ਦੈਟ ਐਕਸਪਲੇਨਸ ਦਾ ਸਟੇਟਮੈਂਟ ਦਾ ਵੁੱਡ ਅਕੰਪਨੀਜ਼ ਅਸ ਫਰੋਮ ਬਰਥ ਟਿਲ ਡੈਥ। ਇਹਦਾ ਮਤਲਬ ਇਹ ਹੈ ਕਿ ਇਹ ਪੂਰੀਆਂ ਲਾਈਨਾਂ ਦੇ ਵਿੱਚੋਂ ਜੋ ਉੱਪਰ ਲਾਈਨਾਂ ਲਿਖੀਆਂ ਹੋਈਆਂ, ਇਹਨਾਂ ਪੂਰੀਆਂ ਲਾਈਨਾਂ ਦੇ ਵਿੱਚੋਂ ਕਿਹੜੀ ਲਾਈਨ ਹੈ ਜੋ ਜਿਸ ਦਾ ਮਤਲਬ ਇਹ ਹੈ ਕਿ ਜਿਹੜੇ ਜੰਗਲ ਨੇ ਉਹ ਸਾਡਾ ਸਾਥ ਦਿੰਦੇ ਨੇ। ਅਕੰਪਨੀ ਸਾਥ ਦਿੰਦੇ ਨੇ ਸਾਡਾ ਅਸ ਫਰੋਮ ਬਰਥ ਟਿਲ ਡੈਥ, ਜਨਮ ਤੋਂ ਲੈ ਕੇ ਮਰਨ ਤੱਕ। ਉਹ ਕਿਹੜੀ ਲਾਈਨ ਆਈ ਹੈ ਇਹਨਾਂ ਲਾਈਨਾਂ ਦਾ, ਇਹਨਾਂ ਸਾਰੀਆਂ ਲਾਈਨਾਂ ਦੇ ਵਿੱਚੋਂ ਕਿਹੜੀ ਲਾਈਨ ਹੈ ਜਿਹਦਾ ਆਹ ਵਾਲਾ ਮਤਲਬ ਹੈ ਕਿ ਦਾ ਵੁੱਡ ਅਕੰਪਨੀਜ਼ ਅਸ ਫਰੋਮ ਬਰਥ ਟਿਲ ਡੈਥ। ਤਾਂ ਬੇਟਾ ਜੇ ਤੁਸੀਂ ਪਹਿਲੀ ਲਾਈਨ ਦੇਖੋ ਤਾਂ ਆਹ ਵਾਲੀ ਜਿਹੜੀ ਲਾਈਨ ਹੈ ਦਾ ਵੁੱਡ ਆਫ ਯੂਅਰ ਕ੍ਰੈਡਲ ਐਂਡ ਦਾ ਸ਼ੈਲ ਆਫ ਯੂਅਰ ਕੌਫਿਨ। ਮੈਂ ਤੁਹਾਨੂੰ ਸਮਝਾਇਆ ਸੀ ਕਿ ਜਿਹੜਾ ਪੰਗੂੜਾ ਹੈ ਕ੍ਰੈਡਲ, ਜੋ ਜਿਹਨੂੰ ਆਪਾਂ ਝੂਟੇ ਕਹਿੰਦੇ ਹਾਂ, ਜੋ ਆਪਾਂ ਛੋਟੇ ਬੱਚਿਆਂ ਨੂੰ ਉਹਨਾਂ ਤੇ ਪਾਲਣੇ ਤੇ ਸਵਾਨੇ ਹਾਂ, ਉਹਨੂੰ ਕ੍ਰੈਡਲ ਕਹਿੰਦੇ ਨੇ। ਕੌਫਿਨ ਤਾਬੂਤ ਨੂੰ ਕਿਹਾ ਜਾਂਦਾ ਜਿਸ ਡੈਡ ਬੋਡੀ ਪਾ ਕੇ ਰੱਖੀ ਜਾਂਦੀ ਹੈ। ਤਾਂ ਆਹ ਵਾਲੀ ਜਿਹੜੀ ਲਾਈਨ ਹੈ ਦਾ ਵੁੱਡ ਆਫ ਯੂਅਰ ਕ੍ਰੈਡਲ ਐਂਡ ਦਾ ਸ਼ੈਲ ਆਫ ਯੂਅਰ ਕੌਫਿਨ, ਇਹ ਇਸ ਦਾ
ए ਦਾ ਆਨਸਰ ਹੈ। ਤਾਂ ਤੁਸੀਂ ਇਹ ਆਨਸਰ ਦੇ ਵਿੱਚ ਆ ਲਾਈਨ ਤੁਸੀਂ ਇੱਥੇ ਲਿਖ ਸਕਦੇ ਹੋ, the wood of your cough cradle and the shell of your coffin। ਇਹਦਾ ਪਹਿਲੀ ਲਾਈਨ ਦਾ ਪਹਿਲੇ ਕੁਐਸਚਨ ਦਾ ਆਨਸਰ ਹੈ। ਸੈਕਿੰਡ ਕੁਐਸਚਨ ਹੈ ਕਿ I am the bread of kindness and the flower of beauty। ਇਹਦਾ ਮਤਲਬ ਕੀ ਹੋਇਆ? This means the wood give us, ਸਾਨੂੰ wood ਕੀ ਦਿੰਦੇ ਨੇ? ਇਸ ਲਾਈਨ ਨੂੰ ਦੇਖਦੇ ਹੋਏ ਅਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਆਨਸਰ ਦੇਣਾ ਹੈ ਕਿ ਸਾਨੂੰ ਵੁੱਡਸ ਕੀ ਦਿੰਦੇ ਨੇ। ਤਾਂ ਬ੍ਰੈਡ ਆਫ ਕਾਈਂਡਨੈਸ, ਫਲਾਰ ਆਫ ਬਿਊਟੀ, ਸਾਨੂੰ ਦਰਖਤ ਦੇਖੋ ਬ੍ਰੈਡ ਵੀ ਦਿੰਦੇ ਨੇ, ਫਲਾਰ ਵੀ ਦਿੰਦੇ ਨੇ। ਹੁਣ ਜਿਹੜਾ ਬ੍ਰੈਡ ਹੈ ਉਹ ਖਾਣ ਦੇ ਲਈ ਯੂਜ਼ ਹੁੰਦੀ ਹੈ, ਤੇ ਜਿਹੜਾ ਫਲਾਰ ਹੈ ਉਹ ਡੈਕੋਰੇਸ਼ਨ ਦੇ ਲਈ ਯੂਜ਼ ਹੁੰਦਾ ਹੈ। ਤਾਂ ਇਹਦਾ ਮਤਲਬ ਇਹਦਾ ਆਨਸਰ ਕੀ ਹੋ ਗਿਆ ਜੀ? ਫੂਡ ਐਂਡ ਡੈਕੋਰੇਸ਼ਨ। ਤਾਂ ਵੁੱਡ ਸਾਨੂੰ ਬ੍ਰੈਡ ਆਫ ਕਾਈਂਡਨੈਸ, ਫੂਡ ਐਂਡ ਫਲਾਰ ਆਫ ਬਿਊਟੀ, ਡੈਕੋਰੇਸ਼ਨ। ਡੈਕੋਰੇਸ਼ਨ ਦਾ ਮਤਲਬ ਸਜਾਵਟ ਲਈ, ਤਾਂ ਫਲਾਰਸ ਜਿਹੜੇ ਉਹ ਡੈਕੋਰੇਸ਼ਨ ਦੇ ਲਈ ਯੂਜ਼ ਹੁੰਦੇ ਨੇ। ਤਾਂ ਇਹਦਾ ਆਨਸਰ ਹੋ ਗਿਆ ਸੀ। ਹੂ ਇਜ਼ ਦਾ ਸਪੀਕਰ ਇਨ ਦਾ ਪੋਇਮ? ਕੌਣ ਬੋਲ ਰਿਹਾ? ਦੇਖੋ ਇੱਥੇ ਧਿਆਨ ਰੱਖਣ ਦੀ ਗੱਲ ਹੈ ਕਿ ਸਪੀਕਰ ਪੁੱਛਿਆ, ਰਾਈਟਰ ਨਹੀਂ ਪੁੱਛਿਆ। ਜੇ ਇੱਥੇ ਰਾਈਟਰ ਪੁੱਛਿਆ ਹੁੰਦਾ ਤਾਂ ਅਸੀਂ ਉੱਥੇ ਅਨੋਨੀਮਸ ਲਿਖਦੇ, ਲੇਕਿਨ ਇੱਥੇ ਸਪੀਕਰ ਕੌਣ ਬੋਲ ਰਿਹਾ ਹੈ। ਸਾਰੀਆਂ ਲਾਈਨਾਂ ਕੌਣ ਬੋਲ ਰਿਹਾ ਹੈ ਕਿ ਆਈ ਐਮ ਦਾ ਹੈਂਡਲ ਆਫ ਯੂਰ ਹੋ, ਹਾਰਮ ਮੀ ਨੋਟ, ਇਹ ਕੌਣ ਬੋਲ ਰਿਹਾ ਹੈ? ਤਾਂ ਇਹ ਤਾਂ ਰੁੱਖੀ ਬੋਲ ਰਹੇ ਨੇ। ਤਾਂ ਅਸੀਂ ਕਹਾਂਗੇ ਕਿ ਵੁੱਡਸ ਆਰ ਦਾ ਸਪੀਕਰ, ਵੁੱਡਸ ਆਰ ਦਾ ਸਪੀਕਰ, ਸੌਰੀ ਸਪੀਕਰ। ਠੀਕ ਹੈ ਜੀ, ਤਾਂ ਇਹਦਾ ਆਨਸਰ ਹੈ। ਲਾਸਟ ਹੈ ਜੀ, what is the prayer of the woods to the human beings? human beings ਮਤਲਬ ਮਨੁੱਖ। ਤਾਂ ਵੁੱਡਸ ਕੀ ਪ੍ਰੇ ਕਰਦੇ ਨੇ ਸਾਡੇ ਅੱਗੇ, ਮਨੁੱਖਾਂ ਅੱਗੇ ਕੀ ਮਤਲਬ ਕੀ ਪ੍ਰਾਰਥਨਾ ਕਰਦੇ ਨੇ? ਤਾਂ ਬੇਟਾ ਬਿਲਕੁਲ ਲਾਸਟ ਲਾਈਨ ਹੈ ਜੀ, harm me not। ਤਾਂ ਇਹ ਦਾ ਆਨਸਰ ਹੈ ਜੀ ਡੀ ਦਾ। ਇਹ ਤੁਸੀਂ ਇਹਦੇ ਚ ਲਿਖ ਦੇਣਾ ਹੈ, ਇਹ ਡੀ ਦਾ ਆਨਸਰ ਹੈ, harm me not, ਕਿ ਮੈਨੂੰ ਨਾ ਨੁਕਸਾਨ ਪਹੁੰਚਾਓ, harm me not। ਤਾਂ ਇੱਥੇ ਤੁਸੀਂ ਇਹਦਾ ਆਨਸਰ ਲਿਖ ਦੇਣਾ। ਤਾਂ ਬੇਟਾ ਇਸ ਦੇ ਨਾਲ ਅਸੀਂ ਆਪਣੀਆਂ ਸਾਰੀਆਂ ਐਕਸਰਸਾਈਜ਼ ਜੋ ਪ੍ਰੇਅਰ ਆਫ ਦਾ ਵੁੱਡਸ ਵਾਲੀ ਪੋਇਮ ਹੈ ਉਸਦੀਆਂ ਅਸੀਂ ਕਵਰ ਕਰ ਲਈਆਂ ਨੇ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀਆਂ ਐਕਸਰਸਾਈਜ਼ ਸਮਝ ਆ ਗਈਆਂ ਹੋਣਗੀਆਂ। ਇਸ ਨੂੰ ਤੁਸੀਂ ਆਪਣੀਆਂ ਫੈਨ ਨੋਟਬੁੱਕਸ 'ਤੇ ਬਹੁਤ ਹੀ ਵਧੀਆ ਹੈਂਡਰਾਈਟਿੰਗ ਦੇ ਵਿੱਚ ਕਰ ਲੈਣਾ ਅਤੇ ਉਸ ਦੀਆਂ ਪਿਕਸ ਮੈਨੂੰ ਜ਼ਰੂਰ ਭੇਜਣੀਆਂ ਨੇ ਤਾਂ ਕਿ ਮੈਨੂੰ ਤੁਹਾਡੀ ਫੀਡਬੈਕ ਦਾ ਪਤਾ ਲੱਗਦਾ ਰਹੇ। ਜੇ ਤੁਹਾਨੂੰ ਕੋਈ ਵੀ ਦਿੱਕਤ ਹੈ ਤੁਸੀਂ ਮੇਰੇ ਨਾਲ ਵਟਸਐਪ 'ਤੇ ਕੰਟੈਕਟ ਕਰ ਸਕਦੇ ਹੋ। ਧੰਨਵਾਦ।